सत्कारयोग मनी साहब और मेरे सारे सत्कारयोग भैनों तो भरा एक बार फिर सबको सत श्री अकाल। सेहत और अध्यात्म मैंने इस टॉपिक पे कुछ शब्द कहने लिया गया ते मैं अपनी गल गुरु नानक देव जी की जीवनी चों एक प्रसंग दे नाल करना चाहूँगा। गुरु नानक देव जी जो उदासियां चल रहे सीगे ते एक उदासी दे विच एक शहर दे विच जांदे ने ते देखते की ने कि एक वैद की दुकान के उत्ते मरीजों की भीड़ लगी है ते मरीज इलाज कर रहा है वैद ते गुरु नानक देव जी उत्ते खलो जाते हैं। खलो के ते मंद मंद मुस्कुराते रहते। वो वैद देख के बड़ा हैरान होता है। ਉਹਨੂੰ ਉੱਠਦਾ ਆਪਣੀ ਗੱਦੀ ਤੋਂ ਉੱਠ ਕੇ ਆ ਕੇ ਕਹਿੰਦਾ ਹੈ ਕਿ ਤੁਸੀਂ ਮੇਰੇ ਵੱਲ ਵੇਖ ਕੇ ਕਿਉਂ ਮੁਸਕਰਾ ਰਹੇ ਹੋ? ਤੇ ਉਹ ਕਹਿੰਦੇ ਮੈਂ ਤੇਰੇ ਤੇ ਨਹੀਂ ਮੁਸਕਰਾ ਰਿਹਾ, ਮੈਂ ਇਸ ਵਿਵਸਥਾ ਦੇ ਉੱਤੇ ਮੁਸਕਰਾ ਰਿਹਾ। ਕਹਿੰਦੇ ਇਹ ਜਿਹੜੇ ਮਰੀਜ਼ ਆਏ ਨੇ ਇਹ ਮਰੀਜ਼ ਬਣੇ ਨੇ ਤੇ ਇਹ ਕਿਉਂ ਮਰੀਜ਼ ਬਣੇ ਨੇ ਉਹਦਾ ਆਦ ਇਹ ਨਹੀਂ ਜਾਣਦੇ, ਉਹਦਾ ਆਦ ਨਹੀਂ ਜਾਣਦੇ ਤੇ ਤੇਰੇ ਕੋਲ ਆ ਗਏ ਨੇ ਤੇ ਮੈਂ ਨਾਲ ਤੇਰੇ ਤੇ ਵੀ ਮੁਸਕਰਾ ਰਿਹਾ ਹਾਂ ਕਿ ਤੂੰ ਵੀ ਇਹਨੂੰ ਆਦ ਨਹੀਂ ਦੱਸਣਾ, ਤੂੰ ਇਹਨਾਂ ਨੂੰ ਵਿਆਹ ਦੇ ਉੱਤੇ ਲੈ ਜਾਣਾ ਤੇ ਇਹ ਜਿਹੜਾ ਵਿਆਹ ਤੂੰ ਦੇਣਾ ਇਹਨਾਂ ਨੂੰ ਉਹਨੇ ਫਿਰ ਇਹਨਾਂ ਦੀਆਂ ਬਿਮਾਰੀਆਂ ਨੂੰ ਉਪਾਦ ਦੇ ਦੇਣਾ, ਉਪਾਧੀਆਂ ਦੇ ਦੇਣੀਆਂ। ਅੱਜ ਉਹ ਉਪਾਧੀਆਂ ਘਰ ਘਰ 'ਚ ਮਿਲਦੀਆਂ ਨੇ। ਕੋਈ ਡਾਇਬਟੀਜ਼ ਦਾ ਪੇਸ਼ੈਂਟ ਹੈ, कोई हार्ट का पेशेंट है, कोई किडनी का पेशेंट है, कोई कैंसर का पेशेंट है। ये समस्यावां घर घर की कहानी बनती है। और सब तो वड्डी जिहड़ी चिंता की गल है, अगर असीं अपनी 3 जनरेशन नूं देखीए, एक परिवार दे विच 3 जनरेशन, एक दादा, एक बाप, एक बेटा, ते सानूं की लगदा है असीं हैल्थ ग्राफ दे विच सुधार ले आ रहे हैं जां असीं निकलदे जा रहे हैं? ਤੇ ਫਿਰ ਅਗਰ ਜੇ ਉਹ ਸਾਨੂੰ ਲੱਗਦਾ ਹੈ ਕਿ ਗ੍ਰਾਫ ਅਸੀਂ ਥੱਲੇ ਵੱਲ ਜਾ ਰਹੇ ਹਾਂ ਤੇ ਫਿਰ ਇੱਕ ਤੋਂ ਹੋਰ ਜਨਰੇਸ਼ਨ ਤੋਂ ਬਾਅਦ ਕੀ ਹੋਏਗਾ? ਇਹ ਬਹੁਤ ਸੋਚਣ ਦੀ ਹੈ। ਹੁਣ ਗੁਰੂ ਨਾਨਕ ਦੇਵ ਜੀ ਜਿਹੜੇ ਆਦ ਦੀ ਗੱਲ ਕੀਤੀ ਸੀ, ਜਦੋਂ ਮੈਂ ਇਸ ਕਹਾਣੀ ਨੂੰ ਇਸ ਛੋਟੀ ਜਿਹੀ ਇਸ ਨੂੰ ਸੁਣਿਆ ਸੀਗਾ ਤੇ ਮੇਰਾ ਇੱਕ ਬਣ ਗਿਆ ਸੀ ਮਨ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਕਿਸ ਆਦ ਦੀ ਗੱਲ ਕੀਤੀ ਤੇ ਉਹਦੇ ਉੱਤੇ ਥੋੜਾ ਸਟੱਡੀ ਕਰਨਾ ਸ਼ੁਰੂ ਕੀਤਾ। ਸੋ ਜੋ ਚੀਜ਼ਾਂ ਸਾਹਮਣੇ ਆਈਆਂ, ਗੁਰਬਾਣੀ ਜਿਹੜਾ ਨੇ ਅਧਿਆਤਮ ਜਿਹੜਾ ਹੈ ਇਹਦੇ ਵਿੱਚ ਹਰ ਚੀਜ਼ ਦਾ ਹੱਲ ਹੈ। ਅਸੀਂ ਕੀ ਲੱਭਣਾ ਚਾਹੁੰਦੇ ਹਾਂ? ਇੱਕ ਜੀਵਨ ਦੀ ਪੂਰੀ ਜਾਂਚ, ਇੱਕ ਜੀਵਨ ਨੂੰ ਅਸੀਂ ਜਨਮ ਤੇ ਮਿਲ ਗਿਆ, ਐਂਡ ਵੀ ਪ੍ਰਮਾਤਮਾ ਨੇ ਲਿਖਿਆ ਕਦੋਂ ਉਹਨੇ ਬੁਲਾਉਣਾ ਹੈ, ਲੇਕਿਨ ਇਹਦੇ ਵਿੱਚ ਦਾ ਜਿਹੜਾ ਸਫ਼ਰ ਹੈ ਜੀਵਨ, ਇਹਨੂੰ ਕਿਵੇਂ ਕੱਟਣਾ ਹੈ, ਕਿਵੇਂ ਜੀਣਾ ਹੈ, ਇਹ ਗੁਰੂ ਨਾਨਕ ਦੇਵ ਜੀ ਨੇ ਸਾਰਾ ਦਾ ਸਾਰਾ। शायद गुरु नानक देव जी का एक जीवन काफी नहीं सी, 10 जीवन लेने पे फिर जाके ग्रंथ पूरा होया ते उत्थे हर चीज है। ਉਹਦੇ ਵਿੱਚੋਂ ਜਿਹੜਾ ਵਰਲਡ ਸਾਇੰਸ ਨੇ ਲੱਭਿਆ, ਮੈਂ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਸੋ ਬਿਮਾਰੀਆਂ ਦੇ ਕਾਰਨ ਨੇ, ਜਦ ਤੱਕ ਅਸੀਂ ਉਹਨਾਂ ਦੇ ਉੱਤੇ ਗੱਲ ਨਹੀਂ ਕਰਾਂਗੇ ਉਹਨਾਂ ਚਿਰ ਤੱਕ ਅਸੀਂ ਬਿਮਾਰੀਆਂ ਦੇ ਇਲਾਜ ਨਹੀਂ ਕਰ ਸਕਦੇ, ਕਿਉਂਕਿ ਜਿਹੜੇ ਕਾਰਨ ਨੇ ਨਾ ਉਹਦੇ ਵਿੱਚ ਹੀ ਨਿਵਾਰਨ ਹੁੰਦੇ ਹੁੰਦੇ। ਤੇ ਸਭ ਤੋਂ ਪਹਿਲਾਂ ਜਿਹੜੀਆਂ ਬੇਸਿਕ ਨੀਡਸ ਨੇ, ਇਹ ਸਰੀਰ ਦੀਆਂ ਬੇਸਿਕ ਨੀਡਸ, ਜ਼ਰੂਰਤਾਂ ਕੀ ਨੇ, ਜਦ ਸਾਨੂੰ ਇਹ ਨਹੀਂ ਪਤਾ ਹੋਏਗਾ। ਮੈਂ ਐਗਜ਼ਾਮਪਲ ਲੈ ਰਿਹਾ, ਇੱਕ ਕਾਰ ਤੇ ਅਸੀਂ ਖਰੀਦ ਲਈ, ਲੇਕਿਨ ਉਹ ਕਾਰ ਚੱਲਣੀ ਕਾਹਦੇ ਨਾਲ ਹੈ, ਅਗਰ ਇਹ ਸਾਨੂੰ ਨਹੀਂ ਪਤਾ ਕਿ ਕਾਰ ਤੇ ਪੈਟਰੋਲ ਵਾਲੀ ਆ, ਉਹਦੇ ਵਿੱਚ ਡੀਜ਼ਲ ਜਾਂ ਮਿੱਟੀ ਦਾ ਤੇਲ ਜਾਂ ਕੁਛ ਹੋਰ ਪਾਉਂਦੇ ਆ ਤੇ ਉਹ ਕਦ ਤੱਕ ਸਹੀ ਚੱਲੇਗੀ। ਇਸੇ ਤਰ੍ਹਾਂ ਜਿਹੜਾ ਬੇਸ ਹੈ, ਜਿਸ ਆਦ ਦੀ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ ਹੈ, ਉਹ ਹੈਗੀ ਹੈ ਕਿ ਇਹ ਸਰੀਰ ਦੀਆਂ ਬੇਸਿਕ ਲੋੜਾਂ ਤੇ ਜਾਣ ਲਓ। ਪਹਿਲੇ ਜਦੋਂ ਉਹਨਾਂ ਨੂੰ ਜਾਣ ਲਓਗੇ ਤੇ ਬੇਸਿਕ ਲੋੜਾਂ ਅਗਰ ਪੂਰੀਆਂ ਕਰ ਦੋਗੇ ਤੇ ਪਰਮਾਤਮਾ ਨੇ ਬਿਮਾਰੀ ਨਾਂ ਦਾ ਸ਼ਬਦ ਇਸ ਸੰਸਾਰ 'ਚ ਬਣਾਇਆ ਹੀ ਨਹੀਂ। ਇਹ ਮੈਂ ਕਿਉਂ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਇਨਸਾਨ ਇਕੱਲੇ ਨਹੀਂ ਆ ਇਸ ਸੰਸਾਰ ਦੇ ਵਿੱਚ। ਇਸ ਸੰਸਾਰ ਦੇ ਵਿੱਚ ਬਾਕੀ ਵੀ ਬਹੁਤ ਸਾਰੇ ਜੀਵ ਨੇ। ਕਦੇ ਜੰਗਲਾਂ 'ਚ ਜਾ ਕੇ ਦੇਖੋ, ਕੋਈ ਬਿਮਾਰ ਮਿਲਦਾ? ਕੋਈ ਨਹੀਂ ਮਿਲਦਾ। ना कोई हॉस्पिटल है उन्होंने, ना कोई दवाई, ना कोई डॉक्टर। और अज भी उन्नी तंदुरुस्त जिंदगी जींदे ने वो जीव जिन्होंने असीं जानवर कहने हैं।
ਬੇਸਮਝ ਕਹਿੰਦੇ ਆ। ਤੇ ਦੁਨੀਆ ਦਾ ਸਭ ਤੋਂ ਸਮਝਦਾਰ ਜੀਵ ਇਨਸਾਨ, ਉਹਦਾ ਇਹ ਹਾਲ ਹੈ ਕਿ ਅੱਜ ਬਿਮਾਰੀਆਂ ਦਾ ਅੱਡਾ ਬਣਿਆ ਹੋਇਆ ਹੈ। ਔਰ ਅਸੀਂ ਇੰਡੀਆ ਦੇ ਵਿੱਚ ਤਾਂ ਖਾਸ ਕਰਕੇ ਵਰਲਡ ਕੈਪੀਟਲ ਆਫ ਡਿਜ਼ੀਜ਼ ਇਹ ਦਰਜਾ ਜਦੋਂ ਮਿਲਿਆ ਹੋਇਆ, ਇਹ ਸਾਡੇ ਵਾਸਤੇ ਕੋਈ ਫਖਰ ਦੀ ਗੱਲ ਨਹੀਂ ਹੈ। ਇਹ ਉਸ ਦੇਸ਼ ਦੀ ਕਹਾਣੀ ਹੈ ਜਿਹਦੇ ਵਿੱਚ ਸਾਰੇ ਸ਼ਾਸਤਰ ਨੇ ਤੇ ਜਿੱਥੋਂ ਦੁਨੀਆ ਦੀ ਸਾਇੰਸ ਸਿੱਖ ਰਹੀ ਹੈ। ਅੱਜ ਸਾਨੂੰ ਥੋੜਾ ਜਿਹਾ ਮੁੜ ਕੇ ਦੇਖਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਜਿਸ ਸਾਧ ਦੀ ਗੱਲ ਕੀਤੀ, ਅਸੀਂ ਜਨਮ ਤੋਂ ਅਗਰ ਲੈ ਲਈਏ ਇੱਕ ਬੱਚੇ ਦੇ ਤੋਂ, ਤੇ ਉੱਥੋਂ ਹੀ ਸਾਰੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਤੇ ਕੁਦਰਤ ਸਾਨੂੰ ਦੱਸਣਾ ਸ਼ੁਰੂ ਕਰ ਦਿੰਦੀ ਹੈ ਤੇਰੀਆਂ ਲੋੜਾਂ ਕੀ ਨੇ। ਇੱਕ ਬੱਚਾ ਜਦ ਜਨਮ ਲੈਂਦਾ ਹੈ ਤੇ ਮਾਂ ਦੇ ਗਰਭ ਦੇ ਅੰਧੇਰੇ ਚੋਂ ਰੋਸ਼ਨੀ ਚ ਆਉਂਦਾ ਹੈ ਤੇ ਇਸ ਸੰਸਾਰ ਦੇ ਵਿੱਚ ਰੋਸ਼ਨੀ ਜਿਹੜੀ ਹੈ ਸੂਰਜ ਕਰਕੇ ਹੈ। ਤੇ ਸਭ ਤੋਂ ਪਹਿਲਾਂ ਈਸ਼ਵਰ ਦੱਸ ਰਿਹਾ, ਪਰਮਾਤਮਾ ਦੱਸ ਰਿਹਾ ਜਨਮ ਦੇ ਨਾਲ ਹੀ ਕਿ ਤੇਰੀ ਪਹਿਲੀ ਲੋੜ ਜਿਹੜੀ ਹੈ ਉਹ ਰੋਸ਼ਨੀ ਹੈ, ਸੂਰਜ ਦੀ ਰੋਸ਼ਨੀ ਹੈ। ਅੱਜ ਸੰਸਾਰ ਦੇ ਸਾਰੇ ਜੀਵਾਂ ਵੱਲ ਝਾਤੀ ਮਾਰੋ, ਕੋਈ ਸੂਰਜ ਤੋਂ ਲੁੱਕ ਕੇ ਬੈਠਾ, ਇੱਕ ਅਸੀਂ ਸਮਝਦਾਰ ਜੀਵ ਆ ਜਿਹੜੇ ਇਹ ਸੂਰਜ ਤੋਂ ਲੁੱਕ ਕੇ ਬੈਠੇ, ਛੱਤਾਂ ਦੇ ਥੱਲੇ ਹੈ, ਘਰ, ਦਫ਼ਤਰ ਜਾਂ ਗੱਡੀ, ਇਹ ਤਾਂ ਸਾਡੇ ਤਿੰਨ ਟਿਕਾਣੇ ਨੇ ਤੇ ਤਿੰਨਾਂ ਵਿੱਚ ਕਿੱਥੋਂ ਕੱਟ ਜਾਂਦੇ ਅਸੀਂ? ਸੂਰਜ ਤੋਂ। ਪਹਿਲੀ ਲੋੜ, ਮੈਂ ਵਿਸਥਾਰ ਨਾਲ ਇਹਦੇ ਨਹੀਂ ਜਾਣਾ, ਸੈਕੰਡ ਲੋੜ ਸਾਡੇ ਸਰੀਰ ਦੀ। ਉਸ ਤੋਂ ਬਾਅਦ ਜਦੋਂ ਜਨਮ ਹੋ ਜਾਂਦਾ ਨਾ, ਤਾਂ ਫਿਰ ਇੰਤਜ਼ਾਰ ਹੁੰਦਾ ਕਿ ਸਾਹ ਚੱਲ ਪਿਆ ਕਿ ਨਹੀਂ। ਅਗਰ ਸਾਹ ਚੱਲ ਪਿਆ ਤੇ ਜਿੰਦਾ ਹੈ, ਨਹੀਂ ਸਾਹ ਚੱਲਿਆ ਤੇ ਮਰ ਗਿਆ। ਤੇ ਸਾਹ ਦੇ ਵਿੱਚ ਕੀ ਚਾਹੀਦਾ ਸਾਨੂੰ? ਆਕਸੀਜਨ। ਕਦੇ ਗੌਰ ਕਰੋ, ਜਿੰਨਾ ਛੱਤਾਂ ਥੱਲੇ ਅਸੀਂ ਬੈਠੇ ਹਾਂ, ਜਿੱਥੇ ਅਸੀਂ ਦੀਵਾਰਾਂ ਖੜੀਆਂ ਕੀਤੀਆਂ ਨੇ, ਅਸੀਂ ਕਿਹਦੇ ਨਾਲੋਂ ਕੱਟੇ ਹਾਂ? ਇਹ ਆਕਸੀਜਨ ਪੈਦਾ ਕੌਣ ਕਰਦਾ ਹੈ? ਪੌਦੇ। ਅਸੀਂ ਇੰਨੇ ਜਾਣੇ ਬੈਠੇ ਇੱਥੇ ਸਾਹ ਲੈ ਰਹੇ ਹਾਂ, ਕਿਤੇ ਆਕਸੀਜਨ ਬਾਹਰੋਂ ਆਉਣ ਦਾ ਕੋਈ ਇੰਤਜ਼ਾਮ ਰੱਖਿਆ ਅਸੀਂ? ਆਉਣ ਦੇਣਦੇ ਹਾਂ। ਤੇ ਜਦੋਂ ਘਟ ਜਾਂਦੀ ਹੈ ਆਕਸੀਜਨ, ਤੇ ਜਦੋਂ ਬਿਮਾਰ ਹੁੰਦੇ ਆ ਸੀਰੀਅਸ, ਫਿਰ ਹਸਪੀਟਲ ਜਾ ਕੇ ਕੀ ਲੱਗਦਾ? ਆਕਸੀਜਨ। ਅਸੀਂ ਬੇਸਿਕ ਲੋੜਾਂ ਜਿਹੜੀਆਂ ਸਰੀਰ ਦੀਆਂ ਉਹ ਤੋਂ ਦੂਰ ਹੋਏ ਪਏ ਹਾਂ। ਅਗਲੀ ਲੋੜ ਇਸ ਸਰੀਰ ਦੀ, ਫਿਰ ਜਦੋਂ ਬੱਚਾ ਸਾਹ ਲੈਣਾ ਸ਼ੁਰੂ ਕਰ ਦਿੰਦਾ ਤੇ ਫਿਰ ਉਹਨੂੰ ਕਹਿੰਦੇ ਹੁਣ ਇਹਨੂੰ ਸਾਫ਼ ਕਰੋ, ਸਫਾਈ ਕਰੋ। ਇਹਦੀ ਸਫਾਈ ਕਿਉਂ ਜ਼ਰੂਰੀ ਹੈ? ਕਿਉਂਕਿ ਇਹ ਸਰੀਰ ਜਿਹੜਾ ਮਿਲਿਆ ਇਹ ਸੈੱਲਾਂ ਦਾ ਬਣਿਆ ਹੈ ਤੇ ਸੈੱਲ ਜੀਵਤ ਨੇ ਤੇ ਉਹਨਾਂ ਨੂੰ ਹਿਫਾਜ਼ਤ ਚਾਹੀਦੀ ਹੈ। ਜਾਨਵਰ ਵੀ ਜਾਣਦੇ ਸੀ, ਦੇਖਿਆ ਹੋਵੇਗਾ, ਗਾਂ ਮੱਝ ਵੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹਦੇ ਕੋਲ ਸਾਧਨ ਕੋਈ ਨਹੀਂ, ਉਹ ਚੱਟ ਕੇ ਸਾਫ਼ ਕਰਦੀ ਹੈ। ਸਫਾਈ ਮੇਨ ਮਕਸਦ ਜਿਹੜਾ ਸਫਾਈ ਦਾ ਉਹ ਹੈਗਾ ਪ੍ਰੋਟੈਕਟ ਦਾ ਸੈਲਸ, ਆਪਣੇ ਸਰੀਰ ਦੇ ਸੈੱਲਾਂ ਨੂੰ ਪ੍ਰੋਟੈਕਸ਼ਨ ਦਿਓ। ਤੇ ਅਸੀਂ ਅਗਰ ਹਿੰਦੁਸਤਾਨ ਦੀ ਗੱਲ ਕਰੀਏ, 2010 ਦੇ ਵਿੱਚ ਜਿਹੜਾ ਇੱਕ ਅਦਾਰਾ ਆ ਭਾਰਤ ਸਰਕਾਰ ਦਾ ਸਭ ਤੋਂ ਵੱਡਾ, ਡਿਸਪਲ ਉਹਨੂੰ ਸ਼ਾਰਟ ਦੇ ਵਿੱਚ ਕਹਿੰਦੇ ਨੇ, ਦਿੱਲੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ ਐਂਡ ਰਿਸਰਚ, ਉਹਨੇ ਇਹ ਰਿਸਰਚ ਕਰਕੇ ਦੱਸਿਆ ਸੀਗਾ ਕਿ ਅਸੀਂ ਸਫਾਈ ਦੇ ਨਾਂ ਦੇ ਉੱਤੇ 515 ਕੈਮੀਕਲ 2010 ਦੇ ਵਿੱਚ ਇਸਤੇਮਾਲ ਕਰ ਰਹੇ ਸੀ, ਜਿਹੜੇ ਸਾਡੇ ਸੈਲਸ ਨੂੰ ਪ੍ਰੋਟੈਕਸ਼ਨ ਨਹੀਂ ਦਿੰਦੇ, ਡੈਮੇਜ ਕਰਦੇ ਨੇ। ਕਿੱਥੋਂ ਆਉਂਦੀਆਂ ਨੇ ਬਿਮਾਰੀਆਂ? ਇਹ ਬਿਮਾਰੀ ਹੈ ਕੀ ਹੈ? ਸੈੱਲ ਠੀਕ ਨੇ ਤੁਹਾਡੇ ਸਰੀਰ ਦੇ, 1 ਟ੍ਰਿਲੀਅਨ ਸੈੱਲ ਦਾ ਤੁਹਾਡਾ ਸਰੀਰ ਬਣਿਆ, ਅਗਰ ਸਾਰੇ ਸੈੱਲ ਸਹੀ ਨੇ ਤੇ ਸਰੀਰ ਸਹੀ ਹੈ, ਹਰ ਇੱਕ ਅੰਗ ਵਧੀਆ ਕੰਮ ਕਰ ਰਿਹਾ ਹੈ, ਸਭ ਕੁਝ ਆਰਡਰ 'ਚ। ਤੇ ਜੇ ਸੈੱਲ ਸਹੀ ਨਹੀਂ ਹੈ ਤੇ ਅਲੱਗ-ਅਲੱਗ ਆਰਗਨਸ ਫਿਰ ਫੇਲ ਹੋ ਰਹੇ ਨੇ ਤੇ ਫਿਰ ਸਾਰੇ ਡਿਸਆਰਡਰ ਹੋ ਰਹੇ ਨੇ। ਅਗਲੀ ਕਹਾਣੀ, ਫਿਰ ਸਫਾਈ ਕਰ ਦਿੰਦੇ ਆ, ਫਿਰ ਬੱਚੇ ਨੂੰ ਭੁੱਖ ਲੱਗ ਜਾਂਦੀ, ਰੋਣਾ ਸ਼ੁਰੂ ਕਰ ਦਿੰਦਾ, ਸਮਝ ਜਾਂਦੇ ਬੱਚੇ ਨੂੰ ਦੁੱਧ ਦੀ ਲੋੜ ਹੈ, ਖੁਰਾਕ ਦੀ ਲੋੜ ਹੈ। ਹੁਣ ਪਰਮਾਤਮਾ ਨੇ ਮਾਂ ਦਾ ਦੁੱਧ ਸਿਰਫ ਬੱਚੇ ਵਾਸਤੇ ਬਣਾਇਆ ਹੈ। ਇਸ ਸ੍ਰਿਸ਼ਟੀ 'ਚ ਕੋਈ ਵੀ ਹੋਰ ਜੀਵ ਬਚਪਨ ਤੋਂ ਬਾਅਦ ਤੇ ਆਪਣੀ ਮਾਂ ਤੋਂ ਇਲਾਵਾ ਕਿਸੇ ਦਾ ਦੁੱਧ ਨਹੀਂ ਪੀਂਦਾ। ਇਹ ਸ੍ਰਿਸ਼ਟੀ ਦਾ ਨਿਯਮ ਹੈ। ਤੇ ਅਸੀਂ ਮਾਂ ਦਾ ਦੁੱਧ ਤੇ ਬਚਪਨ 'ਚ ਪੀਣਾ ਹੀ ਸੀ, ਸਾਰੀ ਜ਼ਿੰਦਗੀ ਦੁੱਧ ਨਹੀਂ ਛੱਡਦੇ। ਫਿਰ ਜਿਹਦਾ ਵੀ ਮਿਲ ਜੇ ਭੁੱਲ ਜਾਂਦੇ ਆ ਕਿ ਸਟਰਕਚਰ ਹੋਰ ਹੈ, ਉਮਰ ਹੋਰ ਹੈ, ਉਹਦੀ ਗਰੋਥ ਹੋਰ ਹੈ, ਅਲੱਗ ਹੈ। ਉਹ ਇੱਕ ਗਾਂ ਦਾ ਦੁੱਧ ਸਾਡੇ ਵਾਸਤੇ ਇੱਕ ਆਈਡੀਅਲ ਡਾਈਟ ਕਿਵੇਂ ਹੋ ਸਕਦਾ? ਜੇ ਉਹ ਜੀਵ ਬਚਪਨ ਤੋਂ ਬਾਅਦ ਇਸ ਸ੍ਰਿਸ਼ਟੀ ਦੇ ਵਿੱਚ ਆਪਣੀ ਖੁਰਾਕ ਲੱਭ ਲੈਂਦੇ ਨੇ, ਤੇ ਕੀ ਅਸੀਂ ਇੰਨੇ ਗਏ ਗੁਜ਼ਰੇ ਹਾਂ ਕਿ ਅਸੀਂ ਕਿਸੇ ਦਾ ਹੀ ਹੱਕ ਖੋ ਕੇ ਖਾਂਦੇ ਰਹੀਏ? ਤੇ ਮਾਂ ਦਾ ਦੁੱਧ ਜਿਹੜਾ ਹੈ ਇਹ ਇੱਕ ਆਈਡੀਅਲ ਡਾਈਟ ਬੱਚੇ ਵਾਸਤੇ ਹੁੰਦੀ ਹੈ, ਲੇਕਿਨ ਸਿਰਫ ਬੱਚੇ ਵਾਸਤੇ, ਵੱਡਿਆਂ ਵਾਸਤੇ ਨਹੀਂ।
ਵੱਡੇ ਹੋ ਕੇ ਆਪਣੀ ਖੁਰਾਕ ਲੱਭਣੀ ਪੈਂਦੀ ਹੈ। ਤੇ ਅਗਲੀ ਜਿਹੜੀ ਚੀਜ਼ ਅਸੀਂ ਸਭ ਤੋਂ ਜ਼ਿਆਦਾ ਭੁੱਲ ਗਏ ਆ, ਇੱਕ ਘਰ 'ਚ ਗਾਂ ਵੀ ਪਾਲ ਲੈਂਦੇ ਆ ਨਾ, ਤੇ ਉਹਨੂੰ ਕਿਹੜਾ ਚਾਰਾ ਦਈਏ, ਸੁੱਕਾ ਦਈਏ ਤੇ ਤਾਂ ਚੰਗੀ ਰਹਿੰਦੀ ਹੈ, ਜਾਂ ਉਹਨੂੰ ਹਰਾ ਦਈਏ ਤੇ ਤਾਂ ਚੰਗੀ ਠੀਕ ਰਹਿੰਦੀ ਹੈ। ਸੁੱਕਾ ਜਦੋਂ ਦਿੰਦੇ ਆ ਨਾ ਤੇ ਦੁੱਧ ਵੀ ਘਟ ਜਾਂਦਾ ਤੇ ਸਿਹਤ ਵੀ ਡਾਊਨ ਹੋ ਜਾਂਦੀ ਹੈ। ਤੇ ਜਦੋਂ ਆਪਣੀ ਮਰਜ਼ੀ ਨਾਲ ਉਹਨੂੰ ਖੁੱਲਾ ਛੱਡਦੇ ਨੇ, ਉਹ ਜਾ ਕੇ ਹਰੇ ਹਰੇ ਦੀਆਂ ਘਾਹ ਦੀਆਂ ਤੁਰਬਣਾ ਜਿਹੜੀਆਂ ਉਹ ਖਾਂਦੀ ਹੈ। ਉਸ ਜਾਨਵਰ ਨੂੰ ਵੀ ਪਤਾ ਹੈ ਕਿ ਜੇ ਮੈਂ ਹਰਾ ਜਿਹੜਾ ਚਾਰਾ ਹੈ, ਜਿਹੜਾ ਜਿੰਦਾ ਆ, ਮੈਂ ਇਹਨੂੰ ਖਾਵਾਂਗੀ ਤਾਂ ਮੈਂ ਤੰਦਰੁਸਤ ਰਹਾਂਗੀ। ਤੇ ਜੇ ਤੋਂ ਸੁੱਕਾ ਨੂੰ ਮਿਲਦਾ ਹੈ, ਮਰਿਆ ਹੋਇਆ ਮਿਲਦਾ ਹੈ, ਤੇ ਉਹਦੇ ਸੈੱਲ ਸਿਹਤਮੰਦ ਨਹੀਂ ਬਣ ਸਕਦੇ, ਕਿਉਂਕਿ ਕੋਈ ਵੀ ਮਰੀ ਹੋਈ ਚੀਜ਼ ਜਿੰਦਾ ਚੀਜ਼ ਨੂੰ ਪੈਦਾ ਹੀ ਨਹੀਂ ਕਰ ਸਕਦੀ। ਤੇ ਜਦੋਂ ਅਸੀਂ ਆਪਣੀ ਖੁਰਾਕ ਤੇ ਆਉਂਦੇ ਹਾਂ ਤੇ ਜਰਾ ਆਪਣੇ ਵੱਲ ਗੌਰ ਕਰਕੇ ਦੇਖੀਏ, ਅਸੀਂ ਆਖਰੀ ਵਾਰ ਜਿੰਦਾ ਖੁਰਾਕ ਕਦੋਂ ਖਾਧੀ ਸੀ? ਸਾਰਾ ਹੀ ਆਦ ਜਿਹੜਾ ਅਸੀਂ ਵਿਗਾੜਿਆ ਹੋਇਆ ਹੈ, ਤੇ ਜਦ ਤੱਕ ਉਸ ਆਦ ਨੂੰ ਸਹੀ ਨਹੀਂ ਕਰਾਂਗੇ ਉਹਨਾਂ ਚਿਰ ਬਿਮਾਰੀਆਂ ਠੀਕ ਨਹੀਂ ਹੁੰਦੀਆਂ। ਜਦੋਂ ਮੈਂ ਇਸ ਚੀਜ਼ ਨੂੰ ਸਮਝਿਆ ਸੀ ਕਿ ਹੁਣ 16 ਸਾਲ ਹੋ ਗਏ ਨੇ ਉਸ ਆਦ ਨੂੰ ਸੁਧਾਰਿਆ, ਤੇ ਜਦੋਂ ਸੁਧਾਰਿਆ ਸੀ ਬਿਮਾਰੀਆਂ ਐਉਂ ਗਾਇਬ ਹੋ ਗਈਆਂ ਜਿਵੇਂ ਕਦੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ ਨੇ। 16 ਸਾਲ ਤੋਂ ਮੇਰੀ ਫੈਮਿਲੀ ਪੂਰੀ, ਮੇਰੇ ਚਾਹੇ ਉਹ ਗ੍ਰੈਂਡ ਚਿਲਡਰਨ ਨੇ, ਚਾਹੇ ਮੈਂ, ਮੇਰੀ ਫੈਮਿਲੀ, ਹੋਰ ਵੀ ਦੋਸਤ ਜਿਹੜੇ ਨਾਲ ਜੁੜਦੇ ਜਾ ਰਹੇ ਨੇ, ਉਹ ਉਹਨਾਂ ਚੀਜ਼ਾਂ ਨੂੰ ਫੋਲੋ ਕਰ ਰਹੇ ਨੇ ਤੇ ਬਿਮਾਰੀਆਂ ਤੋਂ ਮੁਕਤ ਹੁੰਦੇ ਜਾ ਰਹੇ ਨੇ। 16 ਸਾਲ ਤੋਂ ਕਦੇ ਬਿਮਾਰ ਹੋਣ ਦੀ ਨੌਬਤ ਹੀ ਨਹੀਂ ਆਈ। ਸਿਹਤਮੰਦ ਰਹਿਣਾ ਸਿੱਖਿਆ ਜਾ ਸਕਦਾ ਹੈ ਔਰ ਰਿਹਾ ਜਾ ਸਕਦਾ, ਬੜਾ ਆਸਾਨ ਹੈ। ਸੋ ਇੰਨੇ ਕੁ ਲਫ਼ਜ਼ਾਂ ਦੇ ਨਾਲ ਅੱਜ ਮੈਂ ਆਪਣੇ ਟੌਪਿਕ ਨੂੰ ਇੱਥੇ ਹੀ ਵਿਰਾਮ ਦੇਵਾਂਗਾ, ਕਿਉਂਕਿ ਸਮਾਂ ਬੜਾ ਥੋੜਾ ਹੈ ਔਰ ਸਭ ਦਾ ਸਮਾਂ ਕੀਮਤੀ ਹੈ। ਸੋ ਅੱਗੇ ਜਦੋਂ ਵੀ ਕਦੇ ਮੌਕਾ ਮਿਲੇਗਾ ਕਿ ਇਹਨਾਂ ਤੋਂ ਵਿਸਥਾਰ ਨਾਲ ਗੱਲਾਂ ਹੋਣਗੀਆਂ। ਸਾਰਿਆਂ ਦੇ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ।